Hello everyone, in this video we will start with the new chapter number 3 of class 10th mathematics। ਜਿੱਦਾਂ ਕਿ ਆਪਾਂ chapter number 2 complete out ਕਰ ਚੁੱਕੇ ਸੀ। now let's start with the chapter number 3 pair of linear equation in a two variables। ਠੀਕ ਹੈ, ਪਹਿਲੀ ਗੱਲ ਇਹਨਾਂ ਦੀ ਹੈਡਿੰਗ ਤੋਂ ਆਪਾਂ ਨੂੰ ਹੀ ਪਤਾ ਲੱਗਦਾ ਪਿਆ ਕਿ ਆਪਾਂ ਇਹਦੇ ਵਿੱਚ ਕੀ ਪੜ੍ਹਨਾ, ਲੀਨੀਅਰ ਇਕੁਏਸ਼ਨਸ ਹੀ ਪੜ੍ਹਨੀਆਂ ਆਪਾਂ। ਲੀਨੀਅਰ ਇਕੁਏਸ਼ਨਸ ਆਪਾਂ ਕਿਹੜੀਆਂ ਹੁੰਦੀਆਂ, ਲੀਨੀਅਰ ਇਕੁਏਸ਼ਨ ਹੁੰਦੀਆਂ x ਦੀ ਪਾਵਰ ਮੈਕਸਿਮਮ 1 ਤੱਕ ਹੀ ਰਹਿੰਦੀ ਉਸ ਦੇ ਵਿੱਚ। ਠੀਕ ਹੈ, x ਦੀ ਪਾਵਰ 1 + 1 इज इक्वल्स टू 0। ठीक है, एक्स की पावर 1 तक ही रही है, मतलब कोई भी वेरीएबल y इट कैन बी अ y, मतलब वो मैक्सिमम पावर है जी 1 ही रहूगी तुहाडे कोल। +2 इज इक्वल्स टू 0 लीनियर इक्वेशनस वो होंदियां सी अपने कोल। इहदे विच इहने मैंशन कीता दैट इज टू वेरीएबल्स मतलब x + y प्लस दैट कैन बी 1 इज इक्वल्स टू 0। इन्हां इक्वेशनस बारे आपां इस पूरे चैप्टर के स्टडी आउट करांगे। दो वेरीएबल्स हो गए, एक्स एंड वाई दो वेरीएबल्स हो गए, उपरों लीनियर इक्वेशन मतलब एक्स दी स्केयर या वाई दा स्केयर नहीं होना, ये सिंपल एक्स वाई ही रहूगा तुहाडे कोल। ठीक है, चलो आपां करदे इनू स्टार्ट चैप्टर नू। पेयर ऑफ लीनियर इक्वेशन, ਇਹਦੇ ਵਿੱਚ ਪਹਿਲਾਂ ਤਾਂ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ, ਉੱਥੋਂ ਇੱਕ ਇਕੁਏਸ਼ਨਸ ਬਣਾਈਆਂ ਹੋਈਆਂ ਸੀ। ਮੈਂ ਇਕੁਏਸ਼ਨਸ ਤੁਹਾਨੂੰ ਸਿੱਧੀਆਂ ਹੀ ਦੱਸ ਦਿੰਦਾ ਉਹ ਕਿਹੜੀਆਂ ਸੀ। ਦਿਸ ਇਜ਼ ਦੀ ਇਕੁਏਸ਼ਨਸ y ਇਜ਼ ਇਕੁਅਲਸ ਟੂ 1/2x ਐਂਡ 3x + 4y ਇਜ਼ ਇਕੁਅਲਸ ਟੂ 20। ਹੁਣ ਤੁਸੀਂ ਕਹੋਗੇ ਕਿ ਸਰ ਤੁਸੀਂ ਐਕਸਪਲੇਨ ਕਿਉਂ ਨਹੀਂ ਕੀਤੀਆਂ, ਮੈਂ ਐਕਸਪਲੇਨ ਕਰੂੰਗਾ ਪਰ ਅੱਗੇ ਜਾ ਕੇ ਕਰਦੇ ਇਹਨਾਂ ਨੂੰ ਇਨ ਡਿਟੇਲ ਆਪਾਂ ਪੜ੍ਹਦੇ ਹਾਂ। ਠੀਕ ਹੈ, ਚਲੋ ਪੇਅਰ ਆਫ ਅ ਲੀਨੀਅਰ ਇਕੁਏਸ਼ਨ ਇਨ ਟੂ ਵੇਰੀਏਬਲਸ ਆਪਾਂ ਨੂੰ ਪਤਾ ਇਹ ਦੋ ਇਕੁਏਸ਼ਨਸ ਆਪਾਂ ਨੂੰ ਦਿੱਤੀਆਂ। ਲੈਟ ਅਸ ਸਪੋਜ਼ 2x + 3y ਇਜ਼ ਇਕੁਅਲਸ ਟੂ 5, x - 2y - 3 ਇਜ਼ ਇਕੁਅਲਸ ਟੂ 0। ਇਹ ਦੋ ਇਕੁਏਸ਼ਨਸ ਆਪਾਂ ਨੂੰ ਦਿੱਤੀਆਂ ਹੋਈਆਂ। ਆਪਾਂ ਕੀ ਕਰਦੇ ਹੁੰਦੇ ਸੀ ਪਹਿਲਾਂ, ਅਗਰ 9th ਕਲਾਸ ਦੇ ਵਿੱਚ ਆਪਾਂ ਪੜ੍ਹਿਆ ਹੋਇਆ, ਰੀਕਾਲ ਫਰੋਮ ਦੀ ਕਲਾਸ 9th ਇਨ ਦੀ ਫੋਲੋਇੰਗ ਐਗਜ਼ਾਮਪਲ ਆਫ ਅ ਲੀਨੀਅਰ ਇਕੁਏਸ਼ਨ ਇਨ ਟੂ ਵੇਰੀਏਬਲਸ। ਆਪਾਂ ਮੋਸਟਲੀ ਕੀ ਕਰੀਦਾ ਸੀ, ਇਹਨਾਂ ਦੇ ਵਿੱਚ x ਜਾਂ y ਦੀ ਵੈਲਿਊਜ਼ ਪੁੱਟ ਕਰਕੇ ਫਿਰ ਆਪਾਂ ਦੇਖਦੇ ਕਿ ਸੈਟਿਸਫਾਈਡ ਹੁੰਦੀਆਂ ਕਿ ਨਹੀਂ। ਫੋਰ ਐਗਜ਼ਾਮਪਲ ਆ ਦੇਖੋ ਥੱਲੇ LHS ਲੈਫਟ ਹੈਂਡ ਸਾਈਡ ਆ ਪਹਿਲੀ ਵਾਲੀ ਇਕੁਏਸ਼ਨ ਲੈਂਦੇ ਪਏ 2x + 3y ਇਜ਼ ਇਕੁਅਲਸ ਟੂ 5। ਇਹਦੇ ਵਿੱਚ x ਦੀ ਵੈਲਿਊ ਵੀ 1 ਪੁੱਟ ਕਰਤੀ, y ਦੀ ਵੈਲਿਊ ਵੀ 1 ਪੁੱਟ ਕਰਤੀ। ਜਦੋਂ x ਐਂਡ y ਦੀ ਵੈਲਿਊ ਆਪਾਂ 1 ਪੁੱਟ ਕਰ ਦਿੱਤੀ ਤੇ ਆਪਾਂ ਜਦੋਂ ਇਹਦੇ ਵਿੱਚ ਪੁੱਟ ਕੀਤਾ 2 + 3 ਇਜ਼ ਇਕੁਅਲਸ ਟੂ 5, ਮਤਲਬ ਜਿਹੜਾ ਲੈਫਟ ਹੈਂਡ ਸਾਈਡ ਸੀ ਜਾਂ 2x + 3y ਦੇ ਵਿੱਚ ਅਗਰ ਆਪਾਂ x ਦੀ ਤੇ y ਦੀ ਵੈਲਿਊ 1 1 ਪੁੱਟ ਕਰੀਏ ਤੇ ਰਾਈਟ ਹੈਂਡ ਸਾਈਡ ਦੇ ਇਕੁਅਲ ਹੁੰਦਾ, ਮਤਲਬ ਇਹ ਪੁਆਇੰਟ ਹੈ ਜਿਹੜਾ 1 1 1 ਐਂਡ 1 ਇਸ ਇਕੁਏਸ਼ਨ ਨੂੰ ਸੈਟਿਸਫਾਈ ਕਰਦਾ ਪਿਆ, ਮਤਲਬ ਇਹ ਇਹਦੀ ਲਾਈਨ ਦੇ ਉੱਪਰ ਹੁੰਦਾ ਪਿਆ। ਦੇਖੋ ਇੱਦਾਂ ਹੀ ਆਪਾਂ ਸੈਕਿੰਡ ਐਗਜ਼ਾਮਪਲ ਲੈ ਲੈਂਦੇ। ਇੱਕ ਹੋਰ ਐਗਜ਼ਾਮਪਲ ਇੱਕ ਪੁਆਇੰਟ ਲਿਆ, point let it be x is equals to 1 and y is equals to 7। ਆਪਾਂ ਕੀ ਕੀਤਾ, x ਦੀ ਜਗ੍ਹਾ 1 ਪੁੱਟ ਕਰ ਦਿੱਤਾ, y ਦੀ ਜਗ੍ਹਾ ਕੀ ਕਰਤਾ 7 ਪੁੱਟ ਕਰ ਦਿੱਤਾ ਇੱਥੇ। ਠੀਕ ਹੈ, ਜਦੋਂ ਇੱਥੇ ਆਪਾਂ ਨੇ ਕੀਤਾ ਇੱਥੇ ਆਪਣੇ ਤੋਂ ਕੀ ਆਨਸਰ ਆਇਆ, ਦੈਟ ਇਜ਼ ਲੈਫਟ ਹੈਂਡ ਸਾਈਡ ਦਾ ਆਇਆ 23। ਉਹ ਤੇ 5 ਦੇ ਇਕੁਅਲ ਹੈ ਹੀ ਨਹੀਂ, ਆਪਣਾ ਰਾਈਟ ਹੈਂਡ ਸਾਈਡ ਦੇ ਵਿੱਚ ਕੀ ਸੀ 5, ਉੱਪਰ ਤੇ ਆਪਣਾ 5 ਦੇ ਇਕੁਅਲ ਆ ਗਿਆ ਸੀ ਜਦੋਂ 1 1 ਪੁੱਟ ਕੀਤਾ, ਬਟ ਜਦੋਂ ਆਪਾਂ 1 and 7 ਪੁੱਟ ਕੀਤਾ 23 ਦੇ ਇਕੁਅਲ ਹੈ। ਦੈਟ ਮੀਨਸ ਜਿਓਮੈਟਰੀਕਲੀ what does this means, it means that the point 1 1 ਜਿਹੜਾ ਆਪਾਂ ਉੱਪਰ ਪੁੱਟ ਕੀਤਾ lies on the line representing the equation 2x + 3y is equals to 5 and the point 1 7 does not lie on it। ठीक है, 1 1 मतलब इस लाइन ਦੇ ਉੱਪਰ ਹੁੰਦਾ ਪਿਆ ਆ, ਜਿਹੜਾ 1 1 ਹੈ ਜਿਹੜੀ ਇਹ ਆਪਣੇ ਕੋਲ ਇਕੁਏਸ਼ਨ ਦਿੱਤੀ ਹੋਈ ਹੈ ਉਹਦੀ ਲਾਈਨ ਦੇ ਵਿੱਚ ਇਹ ਆਉਂਦਾ ਪਿਆ ਆ, ਬਟ ਜਿਹੜਾ ਆਪਣੇ ਕੋਲ 1 and 7 ਹੈ ਉਹ ਇਸ ਜਿਹੜੀ ਆਪਣੀ ਇਕੁਏਸ਼ਨ ਹੈ ਉਹ ਲਾਈਨ ਬਣਾਉਂਦੀ ਪਈ ਹੈ ਗ੍ਰਾਫ ਦੇ ਉੱਪਰ, ਉਹਦੇ ਉੱਪਰ ਨਹੀਂ ਆਉਂਦਾ ਪਿਆ ਆਪਣੇ ਕੋਲ। ਠੀਕ ਹੈ, ਸੋ ਐਵਰੀ ਸੋਲਿਊਸ਼ਨ ਆਫ ਦੀ ਇਕੁਏਸ਼ਨ ਇਜ਼ ਅ ਪੁਆਇੰਟ ਔਨ ਦੀ ਲਾਈਨ ਰਿਪਰੈਜ਼ੈਂਟਿੰਗ ਇਟ। ਠੀਕ ਹੈ, ਅਗਰ ਆਪਾਂ ਕਿਸੇ ਵੀ ਇਕੁਏਸ਼ਨ ਦਾ ਸੋਲਿਊਸ਼ਨ ਫਾਈਂਡ ਆਊਟ ਕਰਦੇ ਪਏ ਉਹਦਾ ਮਤਲਬ ਇਹੀ ਹੈ ਕਿ ਉਹ ਪੁਆਇੰਟ ਹੈ ਜਿਹੜਾ ਉਸ ਜਿਹੜੀ ਇਕੁਏਸ਼ਨ ਤੋਂ ਲਾਈਨ ਬਣਦੀ ਪਈ ਹੈ ਉਹਦੇ ਉੱਪਰ ਲਾਈ ਕਰਦਾ ਪਿਆ। ਹੁਣ ਦੇਖੋ ਇਨ ਡਿਟੇਲ ਪੜ੍ਹਦੇ ਆਪਾਂ, ਥੋੜ੍ਹਾ ਜਿਹਾ ਕਨਫਿਊਜ਼ਨ ਹੋਊਗਾ, ਆਪਾਂ ਇਨ ਡਿਟੇਲ ਪੜ੍ਹ ਕੇ ਦੇਖਦੇ ਹਾਂ। ਦੇਖੋ ਕਿੱਦਾਂ ਇੱਥੇ ਆਪਾਂ ਨੂੰ ਦਿੱਤਾ ਗਿਆ। ਓਕੇ, ਆਪਾਂ ਅੱਗੇ ਚੱਲਦੇ ਹਾਂ। ਆਹ ਮੈਂ ਐਗਜ਼ਾਮਪਲ ਲੈਣਾ ਤੁਹਾਨੂੰ, ਐਗਜ਼ਾਮਪਲ ਨੰਬਰ 1 ਤੋਂ ਐਕਸਪਲੇਨ ਕਰਦਾ, ਫਿਰ ਤੁਹਾਨੂੰ ਪਿਛਲੀ ਚੀਜ਼ ਵੀ ਸਮਝ ਆਉਣੀ ਸਟਾਰਟ ਹੋ ਜਾਣੀ। ਜਿੱਦਾਂ ਦੇਖੋ ਤੁਹਾਨੂੰ ਦੋ ਇਕੁਏਸ਼ਨਸ ਦੇ ਦਿੱਤੀਆਂ। ਠੀਕ ਹੈ, ਦੋ ਇਕੁਏਸ਼ਨਸ ਦਿੱਤੀਆਂ ਆਪਾਂ ਨੂੰ, ਲੈਟ ਇਟ ਬੀ y ਇਜ਼ ਇਕੁਅਲਸ ਟੂ 1/2x। ਉਹ ਪਿਛਲੇ ਵਾਲੀ ਇਕੁਏਸ਼ਨ ਸੀ ਸਭ ਤੋਂ ਜਿਹੜੇ ਸਟਾਰਟਿੰਗ ਦੇ ਵਿੱਚ ਆਪਾਂ ਦੇਖੀਆਂ ਸੀ, y ਇਜ਼ ਇਕੁਅਲਸ ਟੂ 1/2x ਐਂਡ ਇਹਨੂੰ ਥੋੜ੍ਹਾ ਜਿਹਾ ਕਨਵਰਟ ਕਰ ਲਿਆ ਇਹਨਾਂ ਨੇ। ਠੀਕ ਹੈ, ਇੱਧਰ ਕੀ ਕੀਤਾ ਇਹਨਾਂ ਨੇ 2y ਇਜ਼ ਇਕੁਅਲਸ ਟੂ 1x। ਠੀਕ ਹੈ, 1x ਲਿਖ ਕੇ ਬਾਅਦ 'ਚ ਕੀਤਾ x, ਇਹਨੂੰ ਰਾਈਟ ਹੈਂਡ ਸਾਈਡ ਲੈ ਕੇ x - 2y ਇਜ਼ ਇਕੁਅਲਸ ਟੂ 0। ਇੱਥੋਂ ਇਹ ਇਕੁਏਸ਼ਨ ਬਣ ਗਈ ਆਪਣੀ ਆਹ ਵਾਲੀ। ਠੀਕ ਹੈ, ਆਹ ਸੈਕਿੰਡ ਇਕੁਏਸ਼ਨ ਸੀ ਇਹਦੇ, ਆਹ ਫਸਟ ਇਕੁਏਸ਼ਨ ਸੀ, ਆਹ ਫਸਟ ਵਾਲੀ ਇਕੁਏਸ਼ਨ ਹੈ, ਆਹ ਸੈਕਿੰਡ ਇਕੁਏਸ਼ਨ ਹੈ ਤੁਹਾਡੇ ਕੋਲ। ਠੀਕ ਹੈ, ਹੁਣ ਕੀ ਕੀਤਾ ਇਹਨਾਂ ਨੇ, ਜਦੋਂ ਇਕੁਏਸ਼ਨਸ ਬਣ ਗਈਆਂ ਆਪਣੇ ਤੋਂ x ਜਸਟ ਅ ਸੈਕਿੰਡ x - 2y ਇਜ਼ ਇਕੁਅਲਸ ਟੂ 0। ਠੀਕ ਹੈ, ਪਹਿਲੇ ਵਾਲੀ ਇਕੁਏਸ਼ਨ ਸੀ ਆਪਣੇ ਕੋਲ, ਇਹਦੇ ਵਿੱਚ ਪਹਿਲਾਂ ਇਹਨਾਂ ਨੇ ਕੀ ਕੀਤਾ x ਦੀ ਵੈਲਿਊ 0 ਪੁੱਟ ਕੀਤੀ, x ਇਜ਼ ਇਕੁਅਲਸ ਟੂ 0। ਜਦੋਂ x ਇਜ਼ ਇਕੁਅਲਸ ਟੂ 0 ਪੁੱਟ ਕਰਾਂਗੇ ਇੱਥੇ 0 ਹੋ ਗਿਆ, ਇੱਥੇ ਕੀ ਰਹੇਗਾ 2y ਇਜ਼ ਇਕੁਅਲਸ ਟੂ 0।
ਇੱਥੇ ਆ ਗਿਆ 2y -2y ਇਜ਼ ਇਕੁਅਲਸ ਟੂ 0 ਤੇ y ਇਜ਼ ਇਕੁਅਲਸ ਟੂ 0 ਅਪੋਨ -2 ਇੱਥੇ ਕਿੰਨਾ ਹੈ ਨਾ y ਇਜ਼ ਇਕੁਅਲਸ ਟੂ 0 ਮਤਲਬ ਆ ਦੇਖੋ ਪਹਿਲਾਂ ਇਹਨਾਂ ਨੇ ਇੱਦਾਂ ਕੀਤਾ x 0 ਆ ਪਹਿਲੀ ਵਾਲੀ ਇਕੁਏਸ਼ਨ ਹੈ ਜਿਹੜੀ x - 2y ਇਜ਼ ਇਕੁਅਲਸ ਟੂ ਉਹਦੀ ਟੇਬਲ ਬਣਿਆ ਹੋਇਆ ਜਦੋਂ ਆਪਾਂ x ਦੀ ਵੈਲਿਊ 0 ਪੁੱਟ ਕੀਤੀ x ਦੀ ਵੈਲਿਊ 0 ਪੁੱਟ ਕੀਤੀ y ਦੀ ਵੈਲਿਊ ਵੀ ਕਿੰਨੀ ਆ ਗਈ 0 ਵੈਲਿਊ ਆ ਗਈ ਇੱਦਾਂ ਹੀ ਉਹਨਾਂ ਨੇ x ਦੀ ਵੈਲਿਊ ਜਦੋਂ 2 ਪੁੱਟ ਕੀਤੀ ਤੇ y ਦੀ ਵੈਲਿਊ ਕਿੰਨੀ ਆ ਗਈ 1 ਆ ਗਈ ਇੱਥੋਂ ਇਹ ਟੇਬਲ ਬਣਿਆ ਸਮਝ ਆ ਗਈ ਕਿੱਦਾਂ ਟੇਬਲ ਬਣਾਉਂਦੇ ਪਏ ਆ ਠੀਕ ਹੈ ਇੱਕ ਵੈਲਿਊ ਨੂੰ ਪੁੱਟ ਕਰਦੇ ਦੂਸਰੀ ਵੈਲਿਊ ਆਪਣੇ ਆਪ ਹੀ ਆਉਂਦੀ ਹੈ ਮੈਂ ਐਗਜ਼ਾਮਪਲ ਐਕਸਪਲੇਨ ਕਰਦਾ ਪਿਆ ਅੱਗੇ ਜਾ ਕੇ ਆਪਾਂ ਕੁਐਸਚਨਸ ਵੀ ਕਰਾਂਗੇ ਇਹਦੇ ਨਾਲ ਦੇ ਠੀਕ ਹੈ ਸੋ ਦੈਟ ਤੁਹਾਨੂੰ ਸਮਝ ਆ ਜਾਵੇ ਠੀਕ ਹੈ ਇੱਦਾਂ ਹੀ ਆਪਾਂ ਸੈਕਿੰਡ ਦੇਖਦੇ ਹਾਂ 3x + 4y = 20 3x + 4y = 20 ਤੁਸੀਂ ਵੱਡੀਆਂ ਵੈਲਿਊਜ਼ ਨਹੀਂ ਆਪਾਂ ਪੁੱਟ ਕਰਨੀਆਂ ਆਪਾਂ ਸਿੰਪਲ ਉੱਥੇ x0 y0 x1 y1 ਇੱਦਾਂ ਵੈਲਿਊਜ਼ ਪੁੱਟ ਕਰਨੀਆਂ ਇਹ ਨਾ ਹੋਵੇ ਉੱਥੇ ਤੁਸੀਂ ਪੁੱਟ ਕਰ ਦਿਓ x = 5 x = 10 ਉਹਨਾਂ ਕੀ ਹੋਊਗੀ ਕੈਲਕੂਲੇਸ਼ਨ ਲੰਬੀ ਹੋ ਜਾਣੀ ਤੇ ਗ੍ਰਾਫ ਵੀ ਤੁਹਾਡੇ ਤੇ ਗ੍ਰਾਫ ਦੇ ਉੱਪਰ ਵੀ ਜਿਹੜੀਆਂ ਪੁਆਇੰਟਸ ਹੋਣੇ ਆ ਉਹ ਕਾਫੀ ਜ਼ਿਆਦਾ ਲੈਂਥੀ ਹੋ ਜਾਣੇ ਠੀਕ ਹੈ ਓਕੇ x = 0 ਪੁੱਟ ਕਰਕੇ ਦੇਖ ਲੈਂਦੇ x = 0 ਪੁੱਟ ਕੀਤਾ 3 ਇੱਥੇ ਆ ਗਿਆ 0 + 4y = 20 4y ਕਿਉਂਕਿ 0 ਨੂੰ ਕਿਸੇ ਨੇ ਵੀ ਮਲਟੀਪਲਾਈ ਕਰੋਗੇ ਆਫਕੋਰਸ ਉਹ 0 ਹੀ ਹੋ ਜਾਊਗਾ y ਦੀ ਵੈਲਿਊ ਕਿੰਨੀ ਆ ਗਈ ਤੁਹਾਡੇ ਕੋਲ that is = 5 y ਦੀ ਵੈਲਿਊ 5 ਆ ਗਈ ਜਦੋਂ ਆਪਾਂ x0 ਪੁੱਟ ਕੀਤਾ ਹੁਣ ਦੇਖ ਲੈਂਦੇ ਇਹਨਾਂ ਨੇ ਕਿਹੜੀਆਂ ਵੈਲਿਊਜ਼ ਪੁੱਟ ਕੀਤੀਆਂ ਇਹਨਾਂ ਨੇ ਵੀ x0 ਪੁੱਟ ਕੀਤਾ ਸੀ x0 ਪੁੱਟ ਕਰਕੇ y ਦੀ ਵੈਲਿਊ 5 ਆ ਗਈ ਤੇ ਇਹਨੇ ਜਦੋਂ y0 ਪੁੱਟ ਕੀਤਾ ਤੇ ਉਦੋਂ x ਦੀ ਵੈਲਿਊ ਨੇ ਤਾਂ 20/3 ਆ ਗਈ ਦੇਖੋ ਇੱਥੇ 20/3 ਹੁੰਦੀ ਪਈ ਹੈ ਥੋੜੀ ਅਨਈਵਨ ਜੀ ਵੈਲਿਊ ਹੈ ਇਹਨੂੰ ਪੁਆਇੰਟਸ ਦੇ ਵਿੱਚ ਵੀ ਤੁਸੀਂ ਕਨਵਰਟ ਕਰ ਸਕਦੇ ਆ ਅਗਰ ਇਦਾਂ ਰਹਿੰਦੋ ਇਦਾਂ ਵੀ ਰਹਿੰਦੋ ਅਗਰ ਨਹੀਂ ਤੁਹਾਨੂੰ ਇਹ ਸੈਟੀਸਫਾਈ ਲੱਗਦੀ ਕੁਛ ਹੋਰ ਵੈਲਿਊ ਪੁੱਟ ਕਰਕੇ ਦੇ ਲਓ 1 ਪੁੱਟ ਕਰਕੇ ਦੇਖ ਲਓ ਠੀਕ ਹੈ ਵੈਸੇ ਟਰਾਈ ਕਰੋ ਜ਼ਿਆਦਾ ਤੋਂ ਜ਼ਿਆਦਾ x ਦੀ ਵੈਲਿਊ ਪੁੱਟ ਕਰੋ ਅਗਰ y ਦੀ ਵੈਲਿਊ ਕਰ ਲੈਣੇ ਤਾਂ ਚਲੋ ਠੀਕ ਹੈ ਕੋਈ ਪ੍ਰੋਬਲਮ ਨਹੀਂ ਉਹਦੇ ਵਿੱਚ ਵੀ ਇੱਦਾਂ ਹੀ ਇਹਨਾਂ ਨੇ ਨੈਕਸਟ ਹੈ x ਜਦੋਂ 4 ਪੁੱਟ ਕੀਤਾ ਤੇ y ਦੀ ਵੈਲਿਊ 2 ਆ ਗਈ ਜਾਂ y 2 ਪੁੱਟ ਕੀਤਾ ਤੇ x ਦੀ ਵੈਲਿਊ 4 ਆ ਗਈ ਵਾਈਸ ਐਂਡ ਵਰਸਾ ਚੱਲਦਾ ਰਹਿੰਦਾ ਹੁਣ ਇੱਥੋਂ ਆਪਾਂ ਨੂੰ ਸਮਝ ਆ ਗਿਆ ਕਿ ਆਪਾਂ ਟੇਬਲ ਬਣਾ ਲਏ ਇਹਨਾਂ ਤੋਂ ਠੀਕ ਹੈ x ਦੀ ਵੈਲਿਊ 0 ਪੁੱਟ ਕਰਕੇ ਇਹਦਾ ਟੇਬਲ ਬਣਾ ਲਏ ਦੋ ਟੇਬਲ ਬਣਾ ਲਏ ਹੁਣ ਇਹ ਟੇਬਲਸ ਦਾ ਕੀ ਕਰਨਾ ਟੇਬਲਸ ਨੂੰ ਆਪਾਂ ਕੀ ਲੈਣਾ ਗ੍ਰਾਫ ਲੈਣਾ ਹੈ ਗ੍ਰਾਫ ਲਿਆ ਆ ਦੇਖੋ ਇੱਕ ਇਹਨਾਂ ਨੇ ਗ੍ਰਾਫ ਲਿਆ ਠੀਕ ਹੈ ਗ੍ਰਾਫ ਦੇ ਉੱਪਰ ਉਹ ਪੁਆਇੰਟਸ ਮੈਂਸ਼ਨ ਸ਼ੁਰੂ ਕਰਨੇ ਹੁਣ ਦੇਖੋ ਜਿੱਦਾਂ ਪਹਿਲਾ ਪੁਆਇੰਟ ਕਿਹੜਾ ਸੀ 0 0 ਆਪਾਂ ਆਹ ਵਾਲਾ ਦੇਖਦੇ ਠੀਕ ਹੈ ਆਹ ਵਾਲੇ ਇਸ ਵਾਲੇ ਟੇਬਲ ਤੇ ਧਿਆਨ ਦੇਵਾਂਗੇ x 0 0 ਤੇ ਦੂਸਰਾ 2 1 ਇੱਕ ਤੇ ਪਹਿਲਾ ਤਾਂ ਪੁਆਇੰਟ ਇੱਥੇ ਬਣਨਾ ਦੈਟ ਇਜ਼ a 0 0 ਦੂਸਰਾ ਕਿਹੜਾ ਸੀ 2 1 ਇੱਥੇ ਬਣਨਾ ਤੇ ਇਹ 2 1 ਬਣ ਕੇ ਨਾਲ ਹੀ ਇਹ ਦੋਨੋਂ ਪੁਆਇੰਟਸ ਨੂੰ ਜੋੜ ਕੇ ਆਪਣੇ ਤੋਂ ਇਹ ਲਾਈਨ ਬਣ ਗਈ ਹੈ ਜਿਹੜੀ ਫਰਸਟ ਵਾਲੀ ਇਕੁਏਸ਼ਨ ਦੀ ਲਾਈਨ ਕੀ ਸੀ x - 2y = 0 ਉਹਦੀ ਲਾਈਨ ਇਹ ਬਣ ਗਈ ਠੀਕ ਹੈ ਇਦਾਂ ਹੀ ਦੂਸਰੇ ਵਾਲੀ ਦੀ ਦੇਖ ਲੈਣੇ ਇਹ 0 5 20/3 0 ਆਪਾਂ ਦੋ ਪੁਆਇੰਟਸ ਦੇਖਦੇ 0 5 ਐਂਡ 4 2 0 5 ਆ ਰਿਹਾ 4 2 ਆਪਣੇ ਤੋਂ ਆ ਰਿਹਾ ਠੀਕ ਹੈ ਹੁਣ ਜਦੋਂ ਆਪਾਂ ਇੱਥੋਂ ਬਣਾਇਆ ਤੇ ਇਦਾਂ ਹੀ ਲਾਈਨ ਬਣ ਗਈ ਹੁਣ ਇਹ ਕੀ ਕਰਦੇ ਪਏ ਦੋਨੇ ਆਪਸ ਦੇ ਵਿੱਚ ਇੰਟਰਸੈਕਟ ਕਰਦੇ ਪਏ ਇੱਕ ਪੁਆਇੰਟ ਦੇ ਉੱਪਰ ਆ ਕੇ ਕੀ ਕਰਦੇ ਪਏ ਇੰਟਰਸੈਕਟ ਮਤਲਬ 4 2 ਇਦਾਂ ਦਾ ਪੁਆਇੰਟ ਹੈ ਜਿਹੜਾ x - 2y = 0 ਨੂੰ ਵੀ ਸੈਟੀਸਫਾਈਡ ਕਰਦਾ ਪਿਆ ਤੇ 4 2 ਇਦਾਂ ਦਾ ਪੁਆਇੰਟ ਹੈ ਜਿਹੜਾ 3x + 4y = 20 ਨੂੰ ਵੀ ਰਿਪਰੈਜ਼ੈਂਟ ਕਰਦਾ ਪਿਆ ਇਦਾਂ ਹੀ ਹੁਣ ਇਹ ਫਰਸਟ ਐਕਸਰਸਾਈਜ਼ ਦੇ ਵਿੱਚ ਆਪਾਂ ਕੁਐਸਚਨ ਨੂੰ ਸੋਲਵ ਕਰਨਾ ਹੁਣ ਦੇਖੋ ਹੁਣ ਮੈਂ ਐਕਸਪਲੇਨ ਕਰਦਾ ਤੁਹਾਨੂੰ ਗ੍ਰਾਫ ਕਿ ਜਦੋਂ ਆਪਾਂ ਦੋ ਇਕੁਏਸ਼ਨਸ ਲੈਣੇ ਆ ਠੀਕ ਹੈ ਜਿੱਦਾਂ ਲੈਟ ਅਸ ਸਪੋਜ਼ ਕੋਈ ਇਕੁਏਸ਼ਨ ਲਈ a1x + b1y + c1 = 0 ਠੀਕ ਹੈ xy + c = 0 ਉਹੀ ਵਾਲਾ a2 + b2 + c ਇਹ ਵਾਲੀ ਦੋ ਇਕੁਏਸ਼ਨ ਲਈਆਂ ਇਹਦੇ ਵਿੱਚ ਆਪਣੇ ਕਿਹੜੀ ਪੋਸੀਬਿਲਿਟੀ ਬਣਦੀ ਪਈ ਹੈ ਪੋਸੀਬਿਲਿਟੀ ਆਪਣੇ ਤੋਂ ਬਣਦੀ ਹੈ ਦਾ ਟੂ ਲਾਈਨਸ ਵਿਲ ਇੰਟਰਸੈਕਟ ਐਟ ਅ ਪੁਆਇੰਟ ਹੁਣੇ ਜਿਹੜਾ ਆਪਾਂ ਕਰਕੇ ਆਏ ਸੀ ਕੁਐਸਚਨ ਉਹਦੇ ਵਿੱਚ ਕੀ ਹੋਇਆ ਸੀ ਦੋ ਲਾਈਨਸ ਕਿੱਦਾਂ ਇਦਾਂ ਜਾਂਦੀ ਪਈ ਸੀ ਇੱਕ ਇਦਾਂ ਜਾਂਦੀ ਪਈ ਸੀ ਤੇ ਇੱਕ ਪੁਆਇੰਟ ਤੇ ਜਾ ਕੇ ਕੀ ਉਹ ਕਰਦੀ ਪਈ ਸੀ ਇੰਟਰਸੈਕਟ ਕਰਦੇ ਪਏ ਸੀ ਠੀਕ ਹੈ ਉਹ ਜਾਂ ਤੇ ਇੰਟਰਸੈਕਟ ਕਰਨਗੇ ਨੈਕਸਟ ਦਾ ਟੂ ਲਾਈਨਸ ਵਿਲ ਨਾਟ ਇੰਟਰਸੈਕਟ ਦੇ ਆਰ ਪੈਰਲਲ ਜਿਹੜੇ ਇਹ ਲਾਈਨਸ ਜਿਹੜੀਆਂ ਆ ਪੈਰਲਲ ਜਾਣਗੀਆਂ ਪੈਰਲਲਸ ਇਦਾਂ ਵੀ ਜਾ ਸਕਦੀਆਂ ਪੈਰਲਲਸ ਇਦਾਂ ਵੀ ਜਾ ਸਕਦੀਆਂ ਤੁਹਾਡੇ ਕੋਲ ਠੀਕ ਹੈ ਇੰਟਰਸੈਕਟ ਕਰਨਗੀਆਂ ਹੀ ਨਹੀਂ ਆਪਸ ਦੇ ਵਿੱਚ ਉਹ ਪੈਰਲਲ ਚੱਲਣਗੀਆਂ ਇਦਾਂ ਦੀਆਂ ਇਕੁਏਸ਼ਨਸ ਵੀ ਹੋ ਸਕਦੀਆਂ ਆਪਣੇ ਤੋਂ ਠੀਕ ਹੈ ਦਾ ਟੂ ਲਾਈਨਸ ਵਿਲ ਕੋਇਨਸੀਡੈਂਟ ਠੀਕ ਹੈ ਉਹ ਆਪਸ ਦੇ ਵਿੱਚ ਕੋਇਨਸੀਡੈਂਟ ਹੋਣਗੀਆਂ ਮਤਲਬ ਇੱਕ ਲਾਈਨ ਬਣੀ ਤੇ ਜਿਹੜੀ ਦੂਸਰੀ ਲਾਈਨ ਹੈ ਉਹ ਵੀ ਉਹਦੇ ਉੱਪਰ ਹੀ ਬਣ ਗਈ ਹੈ ਠੀਕ ਹੈ ਉਹ ਵੀ ਉਹਦੇ ਉੱਪਰ ਹੀ ਬਣ ਗਈ ਇਹਦੀ ਵੀ ਇੱਕ ਐਗਜ਼ਾਮਪਲ ਹੋਣੀ ਆਪਾਂ ਨੂੰ ਆਊਗੀ ਉਹ ਵੀ ਮੈਂ ਐਕਸਪਲੇਨ ਕਰ ਦਾਂ ਤੁਹਾਨੂੰ ਠੀਕ ਹੈ ਤਿੰਨ ਵੈਲਿਊਜ਼ ਪੋਸੀਬਲ ਹੈ ਦੈਟ ਇਜ਼ ਫਰਸਟ ਵਨ ਇਜ਼ ਯੋਰ ਇੰਟਰਸੈਕਟ ਕਰਨਗੀਆਂ ਇੱਕ ਪੁਆਇੰਟ ਦੇ ਉੱਪਰ ਦੂਸਰਾ ਸੀ ਪੈਰਲਲ ਹੋਣਗੀਆਂ ਜਾਂ ਕੋਇਨਸੀਡੈਂਟ ਹੋਣਗੀਆਂ ਓਕੇ ਸਮਝ ਆ ਗਿਆ ਤਿੰਨ ਕੇਸ ਸਮਝ ਆ ਗਏ ਕਿ ਅਗਰ ਦੋ ਆਪਾਂ ਨੂੰ ਇਕੁਏਸ਼ਨਸ ਦਿੱਤੀਆਂ ਹੋਈਆਂ ਉਹਦੇ ਵਿੱਚ 3 ਕੇਸਿਸ ਬਣਦੇ ਆ ਦੈਟ ਇਜ਼ ਇੰਟਰਸੈਕਟ ਪੈਰਲਲ ਐਂਡ ਕੋਇਨਸੀਡੈਂਟ ਆਪਾਂ ਇਹ ਦੇਖ ਲਿਆ ਆ ਦੇਖੋ ਹੁਣ ਜਿਹੜੇ ਮੈਂ ਐਕਸਪਲੇਨ ਕਰਕੇ ਹਟਿਆ ਸੀ ਤੁਹਾਨੂੰ ਇੰਟਰਸੈਕਟ ਠੀਕ ਹੈ ਪੈਰਲਲ ਕੋਇਨਸੀਡੈਂਟ
ओके ਉਹੀ ਚੀਜ਼ ਉਹਨਾਂ ਨੇ ਐਕਸਪਲੇਨ ਕੀਤੀ ਹੋਈ ਹੈ। ਇੱਦਾਂ ਹੀ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ। ਹੁਣ ਦੇਖੋ ਇਹਦੇ ਵਿੱਚ ਤੁਹਾਨੂੰ ਕੀ ਹੋਣਾ, ਉਹ ਮੈਂ ਪਹਿਲੀ ਕੁਐਸਚਨ ਤਾਂ ਹੀ ਨਹੀਂ ਐਕਸਪਲੇਨ ਕੀਤੀ ਸੀ। ਹੁਣ ਆਪਾਂ ਕੁਐਸਚਨ ਨੂੰ ਸਮਝਣ ਦੀ ਟਰਾਈ ਕਰਦੇ ਹਾਂ। ਐਗਜ਼ਾਮਪਲ ਦਿੱਤੀ ਗਈ ਹੈ ਜਿੱਦਾਂ ਆਪਾਂ ਨੂੰ ਪਹਿਲਾਂ Romila went to a stationery shop। Romila went to a stationery shop। कोई Romila इंडिविजुअल है, वो एक स्टेशनरी शॉप के उपर गए। परचेज 2 ਪੈਨਸਲਸ, ਉਹਨੇ 2 ਪੈਨਸਲਸ ਲਈਆਂ, 3 ਅਰੇਜ਼ਰਸ ਲਈ ਤੇ ਕਿੰਨੇ ਰੁਪਏ ਪੇ ਕੀਤੇ? 9 ਰੁਪੀਜ਼। 2 ਪੈਨਸਲਸ, 3 ਅਰੇਜ਼ਰ ਤੇ 9 ਰੁਪੀਜ਼ ਪੇ ਕੀਤੇ, ਠੀਕ ਹੈ। ਹਰ ਫਰੈਂਡ ਸੋਨਾਲੀ saw the new variety of pencils and eraser with Romila, ਠੀਕ ਹੈ। ਉਹਦੀ ਫਰੈਂਡ ਸੀ ਨਾਲ ਸੋਨਾਲੀ, ਉਹਨੇ ਉਹਦੇ ਨਾਲ ਹੀ ਗਈ ਸੀ, ਉਹਨੇ ਨਵੀਂ ਪੈਨਸਲ ਐਂਡ ਅਰੇਜ਼ਰ ਦੇਖੀ। ਐਂਡ ਸ਼ੀ ਆਲਸੋ bought 4 pencils, 6 eraser for the same kind for 18, ਠੀਕ ਹੈ। ਤਾਂ ਉਹਨੇ ਵੀ ਪੈਨਸਲਸ ਐਂਡ ਅਰੇਜ਼ਰ ਲਈਆਂ, 4 ਪੈਨਸਲ ਲਈਆਂ, ਉਹਨੇ 2 ਲਈਆਂ ਸੀ, ਇਹਨੇ 4 ਲਈਆਂ, ਇਹਨੇ ਅਰੇਜ਼ਰ ਕਿੰਨੀਆਂ 3, ਇਹਨੇ 6 ਲਈਆਂ। ਕਿੰਨੇ ਪੇ ਕੀਤੇ? 18 ਰੁਪੀਜ਼, ਠੀਕ ਹੈ। ਆਪਾਂ ਮੰਨ ਲੈਂਦੇ ਕਿ ਪੈਨਸਲਸ ਦੀ ਕੋਸਟ ਉਹਦੀ x ਰੁਪੀਜ਼ ਸੀ ਤੇ ਇਰੇਜ਼ਰ ਦੀ ਕੋਸਟ ਸੀ y ਰੁਪੀਜ਼, ਠੀਕ ਹੈ। ਮਤਲਬ 2 × x + 3y ਕਿੰਨੇ ਟੋਟਲ ਪੇ ਕੀਤੇ? 9 ਰੁਪੀਜ਼, ਠੀਕ ਹੈ। ਇੱਦਾਂ ਹੀ ਇਹਨੇ ਵੀ ਇੱਧਰ ਪੇ ਕੀਤੇ। x ਰੁਪੀਜ਼ ਦੀਆਂ ਆਪਣੀਆਂ ਪੈਨਸਲ ਸੀ 4x, ਠੀਕ ਹੈ। 6 y ਰੁਪੀਜ਼ ਦੀਆਂ ਇਰੇਜ਼ਰ ਸੀ 6y, ਕਿੰਨੇ ਪੇ ਕੀਤੇ? ਦੋਨਾਂ ਨੂੰ ਮਿਲਾ ਕੇ 18 ਰੁਪੀਜ਼, ਠੀਕ ਹੈ। 2 ਇਕੁਏਸ਼ਨਸ ਬਣ ਗਈਆਂ ਆਪਣੇ ਤੋਂ। ਹੁਣ ਅਗੇਨ ਤੁਹਾਡਾ ਉਹੀ ਕੰਮ ਕਿ ਤੁਸੀਂ ਕੀ ਕਰਨਾ, ਇੱਕ ਇਕੁਏਸ਼ਨ ਚੱਕ ਲੈਣੀ ਹੈ। ਫੋਰ ਐਗਜ਼ਾਮਪਲ ਮੈਂ 1 ਜਾਂ 2 ਤੁਹਾਨੂੰ ਵੈਲਿਊਜ਼ ਕੱਢ ਕੇ ਦੱਸ ਦਿੰਦਾ ਹੈ। 2x + 3y = 9। ਜਿੱਦਾਂ ਇਹ ਕੁਐਸਚਨ ਲੈ ਲਈ, ਇਹਦੇ ਵਿੱਚ x = 0 ਪੁੱਟ ਕਰਕੇ ਦੇਖ ਲੈਂਦੇ। ਜਦੋਂ x = 0 ਪੁੱਟ ਕੀਤਾ, ਇੱਥੇ ਆ ਗਿਆ 0, ਇੱਥੇ ਆ ਗਿਆ 3y = 9, ਠੀਕ ਹੈ। ਇੱਥੇ ਬਣ ਜਾਣਾ 3y = 9, y = 9/3 ਅਤੇ y ਕਿੰਨਾ ਆ ਜਾਣਾ ਆਪਣੇ ਤੋਂ 3। ਜਦੋਂ ਆਪਾਂ x ਦੀ ਵੈਲਿਊ 0 ਪੁੱਟ ਕੀਤੀ, y ਦੀ ਵੈਲਿਊ ਕੀ ਹੁੰਦੀ ਪਈ 3। ਇੱਦਾਂ ਹੀ ਹੋਰ ਵੈਲਿਊ ਵੀ ਪੁੱਟ ਕਰਕੇ ਦੇਖ ਲਓ। 2x + 3y = 9। ਅਗਰ ਹੁਣ y ਦੀ ਵੈਲਿਊ ਅਗਰ 0 ਪੁੱਟ ਕਰ ਲੈਂਦੇ ਆ, ਵੈਸੇ ਤਾਂ ਉਹਦੇ ਵਿੱਚ ਆ ਜਾਣੀ ਹੈ, ਪੁਆਇੰਟਸ ਦੇ ਵਿੱਚ ਆਊਗੀ ਇਹ। ਦੇਖੋ 2x + 3y ਦੀ ਜਗ੍ਹਾ 0 ਪੁੱਟ ਕਰ ਦਿੱਤਾ ਸੀ ਆਪਾਂ, ਇੱਥੇ ਆ ਗਿਆ 9, ਠੀਕ ਹੈ। ਇਹ 0 ਹੋ ਜਾਣਾ, ਇੱਥੇ ਆ ਗਿਆ 2x = 9, x = 9/2, ਕਿਉਂਕਿ ਉਹ ਮਲਟੀਪਲਾਈ ਕਰਦਾ ਉੱਧਰ ਜਾ ਕੇ ਡਿਵਾਈਡ, ਅਤੇ 2 ਨੂੰ ਜਦੋਂ 9 'ਤੇ ਡਿਵਾਈਡ ਕਰਦੀ ਹੈ ਤੁਹਾਡੇ ਕੋਲ ਨਾ 4.5 ਹੁੰਦਾ ਹੈ, ਠੀਕ ਹੈ। ਇੱਦਾਂ ਹੀ ਦੂਸਰੀ ਇਕੁਏਸ਼ਨ ਦੇ ਵਿੱਚ ਵੀ ਵੈਲਿਊਜ਼ ਪੁੱਟ ਕਰਕੇ ਦੇਖ ਲਿਓ, ਠੀਕ ਹੈ। ਜਦੋਂ ਦੂਸਰੀ ਇਕੁਏਸ਼ਨ ਦੇ ਵਿੱਚ ਵੈਲਿਊ ਪੁੱਟ ਕਰਕੇ ਦੇਖ, ਮੈਂ ਤੁਹਾਨੂੰ ਦਿਖਾਈ ਦਿੰਦਾ ਟੇਬਲ ਇਹਦਾ ਕੁਛ ਇੱਦਾਂ ਦਾ ਬਣਾਇਆ ਇਹਨਾਂ ਨੇ। ਆਪਾਂ ਦੇਖ ਸਕਦੇ ਜਦੋਂ ਇਹਨਾਂ ਨੇ x ਦੀ ਵੈਲਿਊ 0 ਪੁੱਟ ਕੀਤੀ, ਆਪਣੀ ਵੀ y ਦੀ ਵੈਲਿਊ 3 ਆਈ ਸੀ, ਅਤੇ ਜਦੋਂ ਉਹਨਾਂ ਨੇ y ਦੀ ਵੈਲਿਊ 0 ਪੁੱਟ ਕੀਤੀ ਤੇ x ਦੀ ਵੈਲਿਊ ਕਿੰਨੀ 4.5 ਆਈ ਸੀ। ਹੁਣੇ ਆਪਾਂ ਜਿਹੜਾ ਕੁਐਸਚਨ ਕਰਕੇ ਆਏ, ਇੱਦਾਂ ਹੀ ਦੂਸਰਾ ਕਰ ਲੈਣਾ। x 0 ਪੁੱਟ ਕੀਤਾ, y ਕਿੰਨਾ ਆ ਗਿਆ 3 ਆ ਗਿਆ। ਜਦੋਂ y ਨੂੰ 1 ਪੁੱਟ ਕੀਤਾ ਤੇ x ਦੀ ਵੈਲਿਊ 3 ਆ ਗਈ, ਜਾਂ y ਨੂੰ 0 ਪੁੱਟ ਕੀਤਾ ਤੇ x ਦੀ ਵੈਲਿਊ ਦੇਖ ਲਿਓ ਕੀ ਆਊਗੀ, ਠੀਕ ਹੈ। ਆਪਣੇ ਮੁਤਾਬਿਕ ਦੇਖ ਸਕਦੇ ਹੋ ਤੁਸੀਂ, ਓਕੇ। ਅਤੇ ਇਹਦੇ ਵਿੱਚ ਦੇਖੋ ਤੁਹਾਡਾ ਗ੍ਰਾਫ ਕਿੱਦਾਂ ਦਾ ਬਣਨਾ। ਗ੍ਰਾਫ ਦੇਖੋ ਧਿਆਨ ਨਾਲ ਕਿ ਇਹਦੇ ਵਿੱਚ ਆਪਣਾ ਜਿਹੜਾ ਗ੍ਰਾਫ ਹੈ ਉਹ ਕੋਇਨਸੀਡੈਂਟ ਬਣਦਾ ਪਿਆ। ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਗ੍ਰਾਫ ਬਣਾਉਣੇ ਆਉਂਦੇ ਹੋਣਗੇ, ਕਿਉਂਕਿ 9th ਕਲਾਸ ਦੇ ਵਿੱਚ ਸਭ ਤੋਂ ਈਜ਼ੀ ਟੌਪਿਕ ਹੁੰਦਾ ਸੀ ਆਪਣਾ, ਠੀਕ ਹੈ। ਇਹ ਗ੍ਰਾਫ ਹੈ ਜਿਹੜਾ, ਇਹਦੇ ਦੋਨੇ ਲਾਈਨਸ ਜਿਹੜੀਆਂ ਕੋਇਨਸੀਡੈਂਟ ਹੈ, ਉਹ ਤਾਂ ਪਹਿਲਾਂ ਦੇਖ ਕੇ ਹੀ ਪਤਾ ਲੱਗਦਾ ਪਿਆ ਸੀ, ਉਹ ਜਾਣ ਕੇ ਉਹਨਾਂ ਨੇ ਘੁਮਾਤਾ ਸੀ। ਦੇਖੋ ਕਿੱਥੋਂ ਮੈਂ ਦੱਸ ਸਕਦਾ ਕਿ ਕੋਇਨਸੀਡੈਂਟ ਸੀ। ਆਹ ਦੇਖੋ ਲਾਈਨ ਕੀ ਹੈ, ਫਸਟ ਲਾਈਨ। ਇਹਦੇ ਵਿੱਚ ਅਗਰ ਆਪਾਂ ਧਿਆਨ ਨਾਲ ਦੇਖੀਏ, ਇੱਥੇ ਡਬਲ ਹੁੰਦਾ ਪਿਆ, 2 ਦਾ 4 ਹੋ ਜਾਂਦਾ, 3 ਦਾ 6 ਹੋ ਗਿਆ, 9 ਦਾ। ਇਹ 2 ਨਾਲ ਸਾਰੇ ਮਲਟੀਪਲਾਈ ਨਹੀਂ ਹੁੰਦੇ ਪਏ। ਅਗਰ ਸਾਰੇ ਨੂੰ ਆਪਾਂ 2 ਨਾਲ ਡਿਵਾਈਡ ਕਰ ਦੇਵਾਂਗੇ, ਠੀਕ ਹੈ, ਸਾਰਿਆਂ ਨੂੰ, ਇਹਨੂੰ ਵੀ 2 ਨਾਲ ਡਿਵਾਈਡ, ਇਹਨੂੰ ਵੀ 2 ਨਾਲ, ਇਹਨੂੰ ਵੀ 2 ਨਾਲ, ਅਤੇ ਈਜ਼ੀਲੀ ਆਪਣਾ ਕਿੰਨਾ ਆ ਜਾਣਾ 2x + 3y = 9। ਉਹੀ ਇਕੁਏਸ਼ਨ ਬਣਦੀ ਪਈ ਐਗਜ਼ੈਕਟਲੀ, ਠੀਕ ਹੈ। ਦੋਨੇ ਇਕੁਏਸ਼ਨ ਸੇਮ ਹੀ ਹੈ, ਬਸ ਉਹਨੇ ਡਬਲ ਪੈਨਸਿਲ ਐਂਡ ਇਰੇਜ਼ਰ ਲਈਆਂ ਸੀ ਤਾਂ ਥੋੜ੍ਹਾ ਜਿਹਾ ਚੇਂਜ ਹੁੰਦਾ ਪਿਆ ਸੀ, ਓਕੇ। ਪਰ ਆਪਾਂ ਨੂੰ ਸੋਲਵ ਕਰਨਾ ਪੈਣਾ ਉੱਥੇ, ਕਿਉਂਕਿ ਇਕੁਏਸ਼ਨ ਤੋਂ ਦੇਖ ਕੇ ਤਾਂ ਪਤਾ ਲੱਗਦਾ ਪਿਆ ਸੀ ਕੋਇਨਸੀਡੈਂਟ ਹੀ ਬਣਨਾ ਸੀ, ਠੀਕ ਹੈ। ਡਬਲ ਹੀ ਹੁੰਦਾ ਪਿਆ ਸੀ, ਦੇਖ ਕੇ ਪਤਾ ਲੱਗਦਾ ਪਿਆ ਸੀ। ਇਹ ਤੁਹਾਡੇ ਕੋਲ ਇੱਦਾਂ ਕੁਛ ਬਣ ਜਾਣਾ ਇਹਦਾ, ਠੀਕ ਹੈ। ਤੁਸੀਂ ਇਹਨਾਂ ਨੂੰ ਸੋਲਵ ਕਰ ਲੈਣਾ। ਹੁਣ ਕਈ ਵਾਰ ਕੀ ਹੁੰਦਾ ਕਿ ਆਪਾਂ ਨੂੰ ਸਿੱਧੇ ਹੀ ਉਹਨਾਂ ਨੇ ਇਕੁਏਸ਼ਨਸ ਦੇ ਦਿੱਤੀਆਂ ਜਾਂਦੀਆਂ। ਦੇਖੋ ਐਗਜ਼ਾਮਪਲ ਨੰਬਰ 3 ਦੇ ਵਿੱਚ x + 2y - 4 = 0, 2x + 4y - 12, ਠੀਕ ਹੈ। ਫਸਟ ਵਾਲੀ ਦੇ ਵਿੱਚ ਵੀ ਵੈਲਿਊਜ਼ ਪੁੱਟ ਕਰਕੇ ਉਹਨਾਂ ਨੇ 0 ਕੱਢ ਲਿਆ, ਸੈਕਿੰਡ ਦੀਆਂ ਵੀ ਵੈਲਿਊਜ਼ ਕੱਢ ਕੇ ਕਰ ਲਈਆਂ। ਤੁਸੀਂ ਇਹਨਾਂ ਨੂੰ ਤੁਹਾਨੂੰ ਪਤਾ ਆ, ਬਾਕੀ ਹੁਣ ਅੱਗੇ ਸੋਲਵ ਕਿੱਦਾਂ ਕਰਨਾ। ਇਨ ਕੇਸ ਕਿਸੇ ਨੂੰ ਵੀ ਪ੍ਰੋਬਲਮ ਆਊਗੀ ਪੁੱਛ ਲਿਓ, ਠੀਕ ਹੈ। ਇਹਦੀਆਂ ਦੇਖੋ ਲਾਈਨਸ ਜਿਹੜੀਆਂ ਪੈਰਲਲ ਬਣਦੀਆਂ ਪਈਆਂ। ਤਿੰਨੇ ਐਗਜ਼ਾਮਪਲਸ ਕਰ ਲਈਆਂ। ਫਸਟ ਵਾਲੀ ਐਗਜ਼ਾਮਪਲ ਕੀਤੀ, ਉਹਦੇ ਵਿੱਚ ਆਪਣੇ ਤੋਂ ਇੰਟਰਸੈਕਟ ਕਰਦੀਆਂ ਪਈ ਸੀ 1 ਪੁਆਇੰਟ 'ਤੇ, ਸੈਕਿੰਡ ਵਾਲੀ 'ਤੇ ਕੋਇਨਸੀਡੈਂਟ ਸੀ, ਅਤੇ ਥਰਡ ਵਾਲੀ 'ਤੇ ਪੈਰਲਲ ਹੋ ਗਿਆ। ਇੱਦਾਂ ਹੀ ਹੁਣ ਐਕਸਰਸਾਈਜ਼ ਦੀਆਂ ਮੈਂ ਇਕੁਏਸ਼ਨਸ ਬਣਾ ਦਿੰਦਾ, ਸੋ ਦੈਟ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਇਕੁਏਸ਼ਨਸ ਦੇ ਵਿੱਚ, ਅਤੇ ਬਾਕੀ ਆਪਾਂ ਤੁਸੀਂ ਖੁਦ ਇਹਨਾਂ ਨੂੰ ਸੋਲਵ ਕਰਨਾ। ਚਲੋ ਐਗਜ਼ਾਮਪਲ ਨੰਬਰ ਐਕਸਰਸਾਈਜ਼ ਦਾ 3.1 ਦਾ ਫਸਟ ਕੁਐਸਚਨ ਦੇਖਦੇ ਹਾਂ। ਅਫਤਾਬ ਟੈਲਸ ਹਿਜ਼ ਡਾਟਰ, ਕੁਐਸਚਨ ਨੂੰ ਧਿਆਨ ਨਾਲ ਸਮਝਣ ਦੀ ਟਰਾਈ ਕਰਿਓ, ਠੀਕ ਹੈ। ਆਪਾਂ
ਆਪਾਂ ਕੁਐਸਚਨਸ ਨੂੰ ਕ੍ਰੌਪ ਡਾਊਨ ਕਰ ਲਿਆ। ਫਸਟ ਕੁਐਸਚਨ ਇਜ਼ ਯਰ ਅਫਤਾਬ ਟੈਲ ਹਿਜ਼ ਡਾਟਰ 7 years ago। ਅਫਤਾਬ ਠੀਕ ਹੈ ਕੋਈ ਪਰਸਨ ਹੈ, ਉਹ ਆਪਣੀ ਡਾਟਰ ਨੂੰ ਦੱਸਦੀ ਪਈ ਹੈ ਕਿ 7 ਸਾਲ ਪਹਿਲਾਂ ਠੀਕ ਹੈ 7 years ago I was 7 times as old as you were then। ਠੀਕ ਹੈ ਜਿੰਨੇ ਵੀ ਤੇਰੀ ਉਮਰ ਸੀ ਉਦੋਂ ਠੀਕ ਹੈ ਉਤੋਂ ਮੈਂ 7 times ਵੱਡੀ ਸੀ। ਤੇ ਆਲਸੋ 3 years from now 3 ਸਾਲ ਅੱਗੇ ਚਲੇ ਜਾਈਏ I shall be 3 times as old as you will be। ਠੀਕ ਹੈ 3 ਸਾਲ 3 times ਹੋਊਗੀ ਮੈਂ, ਜਿੰਨੀ ਵੀ ਤੇਰੀ ਉਮਰ ਹੋਊਗੀ ਉਹਦੀ ਮੈਂ 3 times ਹੋਊਗੀ। ਦੇਖੋ ਬੜਾ ਈਜ਼ੀ ਕੁਐਸਚਨ ਹੈ। let present age of ਅਫਤਾਬ be x। ਠੀਕ ਹੈ ਅਫਤਾਬ ਦੀ ਏਜ ਆਪਾਂ x ਮੰਨ ਲੈਂਦੇ। present age of her daughter be y। ਠੀਕ ਹੈ y ਮੰਨ ਲਿਆ। ਉਹ ਕੀ ਗੱਲ ਕਰਦੇ 7 years ago 7 year ago 7 ਸਾਲ ਪਹਿਲਾਂ ਉਹਨਾਂ ਦੀ ਏਜ ਕਿੰਨੀ ਹੋਊਗੀ। ਅਫਤਾਬ ਏਜ x minus 7 ਅਫਤਾਬ's daughter's age y minus 7। ਹੁਣ ਉਹ ਕੀ ਕਹਿੰਦੇ ਪਏ ਸੀ ਅਕੋਰਡਿੰਗ ਟੂ ਦੀ ਕੁਐਸਚਨ, ਉਹਨਾਂ ਨੇ ਕਿਹਾ ਸੀ ਕਿ I was 7 times as old as you were then। ਠੀਕ ਹੈ ਮੈਂ 7 ਸਾਲ 7 times ਸੀ, ਜਿੰਨੀ ਵੀ ਤੇਰੀ ਏਜ ਸੀ ਉਹਦੀ 7 times ਸੀ। ਅਫਤਾਬ ਦੀ ਏਜ ਕਿੰਨੀ ਸੀ ਉਸ ਟਾਈਮ, that was the y minus 7। ਇਹਦਾ ਕਰ ਦਿੰਦੇ ਆਪਾਂ 7 times ਤੇ ਇਜ਼ ਇਕੁਅਲਸ ਟੂ ਕਿੰਨੀ ਮੇਰੀ ਏਜ ਦੇ, ਮੇਰੀ ਏਜ ਉਹਨਾਂ ਦੀ ਅਫਤਾਬ ਦੀ ਏਜ ਕਿੰਨੀ ਸੀ, ਦੈਟ ਇਜ਼ x minus 7। ਠੀਕ ਹੈ ਇੱਥੋਂ ਇਕੁਏਸ਼ਨ ਬਣਾ ਲਿਓ। -7 ਠੀਕ ਹੈ ਤੁਸੀਂ ਬਾਕੀ ਉਹਨਾਂ ਨੂੰ ਆਪ ਰੀਅਰੇਂਜ ਕਰ ਲਿਓ। ਠੀਕ ਹੈ ਇਹ ਬਣ ਗਈ ਫਸਟ। ਤੇ ਸੈਕਿੰਡ ਸੀ I shall be from 3 years now 3 years now ਫਿਰ ਹੁਣ ਉਹਨਾਂ ਦੀ ਏਜ ਕਿੰਨੀ, ਪ੍ਰੈਜ਼ੈਂਟ ਏਜ ਸੀ x, ਅਫਤਾਬ ਦੀ ਏਜ ਕਿੰਨੀ ਹੋਊਗੀ x plus 3 3 ਸਾਲ ਅੱਗੇ। ਅਫਤਾਬ's daughter's age that will be y plus 3। ਠੀਕ ਹੈ ਹੁਣ ਉਹ ਕੀ ਕਹਿੰਦੇ ਸੀ ਕਿ I shall be 3 times as old as you will be। ਠੀਕ ਹੈ ਜਿੰਨੀ ਵੀ ਤੇਰੀ ਉਮਰ ਹੋਊਗੀ ਉਹਦੀ 3 times ਕਰ ਦਿਓ। that means ਅਫਤਾਬ ਦੀ ਡਾਟਰ ਦੀ ਏਜ x plus 3 ਮਲਟੀਪਲਾਈ ਬਾਈ 3 times ਕਰਨਾ, ਉਹਦੀ ਇੱਕ ਆਪਣੀ ਏਜ ਦੀ ਇਕੁਅਲ ਹੋਊਗੀ। ਠੀਕ ਹੈ ਇਹ ਵੀ ਇਕੁਏਸ਼ਨ ਬਣ ਗਈ। 2 ਇਕੁਏਸ਼ਨ ਬਣ ਗਈਆਂ, ਦੋਨਾਂ ਨੂੰ ਹੁਣ ਸੌਰਟ ਆਊਟ ਤੁਸੀਂ ਖੁਦ ਕਰ ਲੈਣਾ ਹੈ। ਠੀਕ ਹੈ ਹੋਪ ਸੋ ਤੁਹਾਨੂੰ ਸਮਝ ਆ ਚੁੱਕਾ ਹੋਊਗਾ। ਕੁਐਸਚਨ ਕਾਫੀ ਈਜ਼ੀ ਹੈ, ਇੰਨੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਠੀਕ ਹੈ ਇਨ ਕੇਸ ਕਿਸੇ ਨੂੰ ਪ੍ਰੋਬਲਮ ਆਊਗੀ ਪੁੱਛ ਲਿਓ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਦ ਕੋਚ ਆਫ ਅ ਕ੍ਰਿਕਟ ਟੀਮ ਬਾਈਜ਼ 3 bats and 6 balls from 3900। later she buy another bat and 3 more balls of the same kind for 1300। represent this situation algebraically and geometrically। ਠੀਕ ਹੈ ਦੋਨਾਂ ਦੇ ਵਿੱਚ ਆਪਾਂ ਰਿਪਰੈਜ਼ੈਂਟ ਕਰਨਾ। ਪਹਿਲਾਂ ਤਾਂ ਇਕੁਏਸ਼ਨ ਸਿੱਧੀ ਬਣ ਜਾਣੀ, let x be the cost of bat। एक सेम सिचुएशन है पेंसिल एंड इरेजर वाली, एंड y be the cost of ball। ठीक है then इनू 3x plus 6y इज इक्वल्स टू किन्ने पे कीते सी इन्होंने 3900। ਤੇ ਅਗੇਨ ਉਹ ਇੱਕ ਬੈਟ ਲਿਆ ਬੰਚੋ, ਇੱਕ ਬੈਟ ਪਲੱਸ 3 balls ਤੇ ਕਿੰਨੇ ਪੇ ਕੀਤੇ 1300। ਬਣ ਗਏ 2 ਇਕੁਏਸ਼ਨਸ। ਠੀਕ ਹੈ ਇੱਦਾਂ ਹੀ ਤੁਹਾਡਾ ਅਗਲਾ ਕੁਐਸਚਨ ਹੈ ਦਾ ਕੋਸਟ ਆਫ ਦੀ 2 kg ਐਪਲਸ। ਅਗੇਨ ਬਿਲਕੁਲ ਐਗਜ਼ੈਕਟਲੀ ਸੇਮ ਹੈ, x ਐਂਡ y ਮੰਨ ਕੇ ਦੋਨਾਂ ਦੀ ਇਕੁਏਸ਼ਨ ਕੋ ਸੋਲਵ ਕਰ ਦਿਓ। ਇਨ ਕੇਸ ਪ੍ਰੋਬਲਮ ਆਊਗੀ ਪੁੱਛ ਲਿਓ। ਠੀਕ ਹੈ ਐਂਡ ਦੈਟਸ ਇਨਫ ਫॉर ਟੁਡੇ। ਬਾਕੀ ਆਪਾਂ ਨੈਕਸਟ ਟਾਈਮ ਇੱਦਾਂ ਹੀ ਕੰਟੀਨਿਊ ਕਰਾਂਗੇ। ਓਕੇ ਥੈਂਕ ਯੂ।